नमस्कार दोस्तों। एक पहल टीवी पर नंगल के चिराग कार्यक्रम में आपका हार्दिक अभिनंदन है। आज हम बातचीत करने जा रहे हैं सरदार सतनाम सिंह जी, जो नंगल भाखड़ा मजदूर संघ के प्रधान और जिला इंटेक रोपड़ के महासचिव हैं। सतनाम सिंह जी, आपका एक पहल टीवी में हार्दिक अभिनंदन है। सारे ਨੂੰ ਸਤਿ ਸ਼੍ਰੀ ਅਕਾਲ जी। बहुत बहुत ਧੰਨਵਾਦ ਤੁਸੀਂ ਇਹ ਮੌਕਾ ਮੈਨੂੰ ਦਿੱਤਾ ਇੱਥੇ ਆਉਣ ਦਾ। हम अपने दर्शकों को बताना चाहते हैं कि सतनाम सिंह जी एक हरफन मौला किरदार के मालिक हैं। पढ़ाई के साथ साथ कल्चर एक्टिविटी में भी बाखूबी नाम कमा चुके हैं। सबसे पहले मैं सतनाम सिंह से निवेदन करता हूं कि वो हमारे दर्शकों को ये बताएं कि हरफन मौला शख्सियत उनके जहन में कैसे आई। शर्मा जी, हरफन मौला शख्सियत ਤੁਹਾਡੀ ਮੇਰੀ ਕੋਈ ਹੈ ਨਹੀਂ ਹੈਗੀ ਹੈ। ਹਾਂ ਜ਼ਰੂਰ ਹੈ ਕਾਲਜ ਟਾਈਮ ਤੋਂ ਸਕੂਲ ਟਾਈਮ ਤੋਂ ਕੋਈ ਵੀ ਜਿਹੜੀ ਕਲਚਰ ਐਕਟੀਵਿਟੀ ਹੁੰਦੀ ਸੀਗੀ ਉਹਦੇ ਵਿੱਚ ਮੈਂ ਪਾਰਟਿਸਿਪੇਟ ਜ਼ਰੂਰ ਕਰਦਾ ਸੀਗਾ। ਇਹੀ ਮੇਰਾ ਜਿਹੜਾ ਹੈਗਾ ਬਾਅਦ ਵਿੱਚ ਜਿਹੜੀ ਨੌਕਰੀ ਆਉਣ ਤੋਂ ਬਾਅਦ ਜਿਹੜਾ ਹੈਗਾ ਹੋਰ ਜਿਹੜੀਆਂ ਮੁਲਾਜ਼ਮਾਂ ਨਾਲ ਸੰਬੰਧਿਤ ਜਥੇਬੰਦੀਆਂ ਸੀਗੀਆਂ ਉਹਨਾਂ ਨਾਲ ਮੈਂ ਸ਼ੁਰੂ ਐਕਟੀਵਿਟੀਜ਼ ਕਰ ਦਿੱਤੀਆਂ ਸੀ। ਤੇ ਸਤਨਾਮ ਜੀ, ਤੁਸੀਂ ਵਿਦਿਆਰਥੀ ਜੀਵਨ ਚੋਂ ਜਿਵੇਂ ਸਕੂਲ ਕੈਡਰ ਤੋਂ ਬਾਅਦ ਫਿਰ ਕਾਲਜ ਕੈਡਰ ਫਿਰ ਯੂਨੀਵਰਸਿਟੀ ਕੈਡਰ, ਕਿਆ ਤੁਸੀਂ ਕਲਚਰ ਐਕਟੀਵਿਟੀਜ਼ ਨੂੰ ਸਕੂਲ ਕੈਡਰ ਤੋਂ ਹੀ ਜਾਰੀ ਰੱਖਿਆ ਜਾਂ ਕਾਲਜ ਆਉਣ ਤੋਂ ਬਾਅਦ ਤੁਸੀਂ ਇਸ ਕਲਚਰ ਐਕਟੀਵਿਟੀ ਨੂੰ ਆਪਣੀ ਪੜ੍ਹਾਈ ਨਾਲ ਜੋੜਿਆ? ਉਹਦੇ ਵਿੱਚ ਜਦੋਂ ਮੈਂ ਸਕੂਲ ਟਾਈਮ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਸਕਾਊਟ ਐਂਡ ਗਾਈਡਸ ਦੀ ਜਿਹੜੀ ਹੈਗੀ ਹੈ ਟ੍ਰੇਨਿੰਗ ਕੈਂਪ ਜਿਹੜੇ ਮੈਂ ਪਾਰਟਿਸਿਪੇਟ ਕਰਦਾ ਸੀਗਾ, ਉਹਦੇ ਵਿੱਚ ਮੈਂ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਈਵਨ ਕਿ ਨੈਸ਼ਨਲ ਲੈਵਲ ਤੱਕ ਵੀ ਮੈਂ ਜਿਹੜੇ ਹੈ ਪਾਰਟਿਸਿਪੇਟ ਕਰਕੇ ਜਿਹੜੇ ਹੈਗੇ ਇਹਨਾਂ ਕੈਂਪਾਂ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਸੀ। ਉਸ ਤੋਂ ਬਾਅਦ ਕਾਲਜ ਟਾਈਮ ਦੇ ਵਿੱਚ ਫਿਰ ਮੈਂ ਇਹ ਜਿਹੜੇ ਸੱਭਿਆਚਾਰਕ ਭੰਗੜੇ ਦੇ ਵਿੱਚ ਪਲੇ ਦੇ ਵਿੱਚ ਇਹ ਪਾਰਟਿਸਿਪੇਟ ਮੈਂ ਜਿਹੜਾ ਕਰਦਾ ਰਿਹਾ ਹਾਂ। ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਸ਼ਿਵਾਲਿਕ ਕਾਲਜ ਤੋਂ ਕਰਨ ਤੋਂ ਬਾਅਦ MA ਵੀ ਸ਼ਿਵਾਲਿਕ ਕਾਲਜ ਕੀਤੀ ਹੈ ਤੇ ਉਸ ਤੋਂ ਬਾਅਦ ਯੂਨੀਵਰਸਿਟੀ ਤੱਕ ਵੀ ਮੈਂ ਇਹ ਜਿਹੜੀਆਂ ਹੈਗੀਆਂ ਪਾਰਟਿਸਿਪੇਟ ਕੀਤੀਆਂ। ਪੋਸਟ ਗ੍ਰੈਜੂਏਟ ਜਰਨਲਿਜ਼ਮ ਪਬਲਿਕ ਰਿਲੇਸ਼ਨ ਜਿਹੜੀ ਹੈ ਮੈਂ ਯੂਨੀਵਰਸਿਟੀ ਤੋਂ ਕੀਤਾ। ਇਸ ਦੌਰ ਦੇ ਵਿੱਚ ਜਿੰਨੀਆਂ ਵੀ ਐਕਟੀਵਿਟੀਜ਼ ਹੁੰਦੀਆਂ ਸੀਗੀਆਂ ਸੋਸ਼ਲ ਯੂਥ ਨਾਲ ਰਿਲੇਟਡ, ਉਹਨਾਂ ਵਿੱਚ ਲਗਭਗ ਮੇਰੀ ਹਰ ਦੇ ਵਿੱਚ ਹੁੰਦੀ ਸੀਗੀ ਮੈਂ ਪਾਰਟਿਸਿਪੇਟ ਕਰਾਂ, ਉਹ ਮੈਂ ਕਰਦਾ ਰਿਹਾ ਗਾ। ਇਸੇ ਕਰਕੇ ਜਿਹੜੀ ਹੈਗੀ ਹੈ ਮੇਰੀ ਇਹਨਾਂ ਦੇ ਵਿੱਚ ਰੁਚੀ ਵੱਧਦੀ ਗਈ। ਤੇ ਸਰ, ਤੁਸੀਂ ਨੈਸ਼ਨਲ ਲੈਵਲ ਜਾਂ ਸਟੇਟ ਲੈਵਲ 'ਤੇ ਪਾਰਟਿਸਿਪੇਟ ਕੀਤਾ ਹੈ ਤੇ ਤੁਸੀਂ ਉਹਦੇ ਵਿੱਚ ਟੀਮ ਐਜ਼ ਏ ਟੀਮ ਤੁਹਾਡੀ ਜਾਂਦੇ ਹੋਵੋਗੇ ਤੁਸੀਂ, ਤੇ ਤੁਹਾਡੀ ਕਦੇ ਟੀਮ ਨੇ ਕੋਈ ਮੈਡਲ ਕੋਈ ਪੋਜੀਸ਼ਨ ਜਿਹੜੀ ਹੈ ਉਹ ਸਟੇਟ ਲੈਵਲ ਜਾਂ ਨੈਸ਼ਨਲ ਲੈਵਲ 'ਤੇ ਹਾਸਿਲ ਕੀਤੀ ਹੋ? ਇਹ ਬਿਲਕੁਲ, ਜਦੋਂ ਆਪਾਂ ਸਟੇਟ ਲੈਵਲ ਤੇ ਜਾਂਦੇ ਹਾਂ, ਜੇ ਆਪਾਂ ਡਿਸਟ੍ਰਿਕਟ ਚੋਂ ਆਏ ਹੋਊਗਾ ਤਾਂ ਹੀ ਸਟੇਟ ਤੇ ਜਾਣਾ, ਜੇ ਸਟੇਟ ਚੋਂ ਕੋਈ ਲਿਆ ਤਾਂ ਹੀ ਅਸੀਂ ਨੈਸ਼ਨਲ ਲੈਵਲ ਤੇ ਜਾਣਾ। ਸਾਡੇ ਪਲੇ ਸੀਗੇ ਉਹਨਾਂ ਦੇ ਵਿੱਚ ਅਸੀਂ ਟੈਗੋਰ ਥੀਏਟਰ 'ਚ ਵੀ ਈਵਨ ਕਿ ਦਿੱਲੀ ਤੱਕ ਵੀ ਜਿਹੜੇ ਅਸੀਂ ਆ ਉਹ ਪਾਰਟਿਸਿਪੇਟ ਕੀਤੇ ਆ। ਬਾਹਰ ਦੀ ਵੀ ਸਾਨੂੰ ਵੱਡੀ ਉਹ ਸੀਗੀ ਉਸ ਟਾਈਮ 'ਚ, ਬਟ ਕੁਛ ਰੁਝੇਵੇਂ ਘਰੇਲੂ ਰੁਝੇਵਿਆਂ ਕਰਕੇ ਮੈਂ ਉਸ ਚੀਜ਼ ਨੂੰ ਲੰਬਾ ਨਹੀਂ ਲੈ ਸਕਿਆ। ਪਰ ਮੇਰੇ ਨਾਲ ਦੇ ਕਈ ਸਾਥੀ ਜਿਹੜੇ ਆ ਕਾਫੀ ਵਧੀਆ ਕਲਾਕਾਰੀ ਦੇ ਵਿੱਚ ਆਪਣਾ ਨਾਮ ਕਮਾ ਰਹੇ ਆ। ਪਰ ਮੈਂ ਜੋ ਵੀ ਇੱਥੇ ਹੈਗਾ ਗਾ ਉਸ ਤੋਂ ਬਹੁਤ ਸੈਟਿਸਫਾਈ ਹਾਂ ਕਿ ਜਿੱਥੇ ਵੀ ਹੈਗਾ ਉਹ ਠੀਕ ਆ। ਨਹੀਂ, ਤੁਸੀਂ ਉਹਨੇ ਗੱਲ ਕੀਤੀ ਹੈ ਕਿ ਮੇਰੇ ਨਾਲ ਦੇ ਜਿਹੜੇ ਹੈ ਉਹ ਅੱਛੇ ਕਲਾਕਾਰ ਜਾਂ ਅੱਛੇ ਪੋਜੀਸ਼ਨ 'ਤੇ ਪਹੁੰਚ ਚੁੱਕੇ ਨੇ। ਕਿਆ ਤੁਹਾਡਾ ਕਦੇ ਮਨ ਨਹੀਂ ਕੀਤਾ ਕਿ ਤੁਸੀਂ ਇੱਕ ਇੰਪਲੋਈ ਹੋ, ਤੁਸੀਂ ਕਲਚਰ ਦੇ ਵਿੱਚੋਂ ਇੰਪਲੋਈ ਦੇ ਵਿੱਚ ਸ਼ਿਫਟ ਕਰ ਗਏ, ਇੱਕ ਨੌਕਰੀ ਪੇਸ਼ੇ ਵਾਲੇ ਤੁਸੀਂ ਇਨਸਾਨ ਬਣ ਗਏ ਹੋ, ਕਿ ਕਦੇ ਮਨ ਨਹੀਂ ਕੀਤਾ ਕਿ ਅਸੀਂ ਉਸ ਕਲਚਰਲ ਐਕਟੀਵਿਟੀ ਨੂੰ ਵੀ ਆਪਣੇ ਨਾਲ ਜਾਰੀ ਰੱਖੀਏ? ਇਹਦੇ ਵਿੱਚ ਕਲਚਰ ਐਕਟੀਵਿਟੀ ਦੇ ਵਿੱਚ ਮੈਂ ਆਪਣੇ ਪੜ੍ਹਾਈ ਦੇ ਨਾਲ ਨਾਲ ਜਦੋਂ ਨੌਕਰੀ ਦੇ ਵਿੱਚ ਆਇਆ, ਤਕਰੀਬਨ ਜਿਹੜੇ ਲੋਕਲ ਨੰਗਲ ਦੇ ਹੈਗੇ ਆ ਉਹਨਾਂ ਨੂੰ ਪਤਾ ਹੀ ਹੋਣਾ, ਅਸੀਂ 8-10 ਸਾਲ ਕਪਲਾ ਐਂਡ ਬ੍ਰਦਰਸ ਦੀ ਸਾਡੀ ਇੱਕ ਸੰਸਥਾ ਸੀਗੀ, ਉਸ ਦੇ ਨਾਲ ਮਿਲ ਕੇ ਅਸੀਂ 8-10 ਸਾਲ ਲਗਾਤਾਰ ਜਿਹੜੇ ਹੈਗੇ ਆ ਸੱਭਿਆਚਾਰਕ, ਉਸ ਤੋਂ ਬਾਅਦ ਗੱਭਰੂ ਪੰਜਾਬ ਦੇ ਸੱਭਿਆਚਾਰਕ ਅਕੈਡਮੀ ਆ ਉਹਦੇ ਵੀ ਮਤਲਬ ਕਿ ਨਾਲ ਮਿਲ ਕੇ ਅਸੀਂ ਕਾਫੀ ਜਿਹੜੇ ਹੈ ਪਲੇ ਦੇ ਨਾਲ ਨਾਲ ਜਿਹੜੇ ਹੈਗੇ ਮੇਲੇ ਵੀ ਲਗਾਉਂਦੇ ਰਹੇ ਹਾਂ ਸ਼ਹਿਰ ਦੇ ਵਿੱਚ। ਇਹੀ ਮੇਲਿਆਂ ਦੇ ਨਾਲ, ਇਹਨਾਂ ਸੱਭਿਆਚਾਰਕ ਮੇਲਿਆਂ ਦੇ ਨਾਲ ਨਾਲ ਜਿਹੜੀ ਹੈਗੀਆਂ ਹੋਰ ਜਿੰਨੀਆਂ ਗਤੀਵਿਧੀਆਂ ਦੇ ਕਾਰਨ ਹੀ ਅਸੀਂ ਜਿਹੜੀ ਹੈਗੀ ਹੈ ਲੋਕਾਂ 'ਚ ਆਪਣੀ ਪਛਾਣ ਬਣਾ ਸਕੇ ਹਾਂ ਜੀ। ਮੈਂ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ ਕਿ ਸਤਨਾਮ ਸਿੰਘ ਜੀ BVMB ਨੰਗਲ ਦੇ ਵਿੱਚ ਐਜ਼ ਏ APRO ਜਿਹੜੇ ਹੈ ਉਹ ਜੌਬ ਕਰ ਰਹੇ ਨੇ, ਸੇਵਾ ਨਿਭਾ ਰਹੇ ਨੇ। ਅਤੇ APRO ਦੇ ਨਾਲ ਨਾਲ ਸਤਨਾਮ ਸਿੰਘ ਜੀ ਦਾ ਇੱਕ ਕਰਮਚਾਰੀਆਂ ਦੇ ਨਾਲ ਸੇਵਾ ਦਾ ਵੀ ਨਾਤਾ ਹੈ।
ਸਤਨਾਮ ਸਿੰਘ ਜੀ ਹੁਣੇ ਨੰਗਲ ਭਾਖੜਾ ਮਜ਼ਦੂਰ ਸੰਘ ਦੇ ਪ੍ਰਧਾਨ ਬਣੇ ਨੇ ਤੇ ਨਾਲ ਉਹ ਇੰਟਕ ਜ਼ਿਲ੍ਹਾ ਰੋਪੜ ਦੇ ਮਹਾਸਚਿਵ ਵੀ ਨੇ। ਸਤਨਾਮ ਜੀ, ਤੁਹਾਨੂੰ ਸਭ ਤੋਂ ਪਹਿਲਾਂ ਤਾਂ ਚੈਨਲ ਵੱਲੋਂ ਬਹੁਤ ਬਹੁਤ ਵਧਾਈ ਕਿ ਤੁਸੀਂ ਭਾਖੜਾ ਨੰਗਲ ਮਜ਼ਦੂਰ ਸੰਘ ਦੇ ਪ੍ਰਧਾਨ ਬਣੇ ਹੋ। ਮੇਰਾ ਇਹ ਸਵਾਲ ਹੈ ਕਿ ਅੱਜ ਕੱਲ੍ਹ ਤਾਂ ਜੌਬ ਕਰਨਾ ਹੀ ਇੱਕ ਬਹੁਤ ਵੱਡਾ ਚੈਲੰਜ ਹੋ ਗਿਆ ਹੈ, ਕਿਉਂਕਿ ਜੌਬ ਕਰਨ ਦਾ ਲਿਹਾਜ਼ਾ ਜਿਹੜਾ ਹੈ ਅੱਜ ਤੋਂ 20 ਸਾਲ ਜੋ ਪਹਿਲਾਂ ਸੀ ਅੱਜ ਉਹ ਨਹੀਂ ਰਿਹਾ। ਅੱਜ ਜੌਬ ਕਰਨਾ ਮੁਸ਼ਕਿਲ ਹੋ ਗਿਆ ਹੈ। ਤੁਸੀਂ ਜੌਬ ਦੇ ਨਾਲ ਇੱਕ ਸਮਾਜ ਸੇਵਾ ਵੀ ਕਰ ਰਹੇ ਹੋ, ਤੇ ਪਹਿਲਾਂ ਤਾਂ ਮੈਂ ਪੁੱਛਣਾ ਚਾਹੁੰਦਾ ਵੀ ਤੁਹਾਡਾ ਇਸ ਇੰਟੈਕ ਦੇ ਨਾਲ ਔਰ ਮਜ਼ਦੂਰ ਸੰਘ ਦੇ ਨਾਲ ਨਾਤਾ ਕਿਵੇਂ ਜੁੜਿਆ? ਇਹਦੇ ਵਿੱਚ ਜਦੋਂ ਵੀ ਅਸੀਂ ਕੋਈ ਵੀ ਨੌਕਰੀ ਕਰਦੇ ਹਾਂ ਜਾਂ ਸਰਵਿਸ ਕਰਦੇ ਹਾਂ, ਉਹਦੇ ਵਿੱਚ ਨੌਕਰੀ ਦੇ ਨਾਲ ਜੇ ਅਸੀਂ ਕਰਦੇ ਹਾਂ, ਜਿਵੇਂ ਨੌਕਰੀ ਕਰਦੇ ਹਾਂ ਉੱਥੇ ਤੇ ਸਰਵਿਸ ਦੇ ਨਾਲ ਸਾਡਾ ਰਾਈਟ ਵੀ ਬਣਦਾ ਹੈ। ਜੇ ਅਸੀਂ ਸਰਵਿਸ ਕਰਨੀ ਹੈ, ਕੋਈ ਆਪਣੀ ਸੇਵਾ ਦੇਣੀ ਹੈ, ਉਹਦੇ ਨਾਲ ਸਾਨੂੰ ਆਪਣੇ ਅਧਿਕਾਰਾਂ ਦਾ ਵੀ ਪਤਾ ਹੋਣਾ ਚਾਹੀਦਾ ਹੈ। ਇਹ ਅਧਿਕਾਰ ਆਪਾਂ ਕਿਵੇਂ ਜੇ ਆਪਾਂ ਸੇਵਾ ਕਰ ਰਹੇ ਹਾਂ, ਅਧਿਕਾਰ ਆਪਾਂ ਕਿਵੇਂ ਕਰਨੇ ਆ ਵੀ ਕਿਵੇਂ ਆਪਣੇ ਸਾਥੀਆਂ ਨੂੰ ਦਿਵਾਉਣੇ ਆ, ਇਸ ਚੀਜ਼ ਨੂੰ ਦੇਖਦੇ ਹੋਏ ਮੈਂ ਜਿਹੜੀ ਹੈਗੀਆਂ ਯੂਨੀਅਨ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ। ਪਰ ਕਾਫੀ ਦੇਰ ਤੋਂ, ਹੁਣ ਤੋਂ ਨਹੀਂ, ਘੱਟੋ ਘੱਟ 12-13 ਸਾਲ ਜਿਹੜੇ ਹੋ ਗਿਆ ਮੈਂ ਇਹਨਾਂ ਯੂਨੀਅਨ ਦੇ ਨਾਲ ਜਿਹੜਾ ਚੱਲਿਆ ਹੋਇਆ ਹੈਗਾ। ਉਹਦੇ 'ਚ ਅਲੱਗ-ਅਲੱਗ ਅਹੁਦੇ ਸੀਗੇ ਸਾਡੇ। ਜਦੋਂ ਅਸੀਂ ਪਾਰਟਿਸਿਪੇਟ ਕੀਤਾ, ਐਗਜ਼ੀਕਿਊਟਿਵ ਮੈਂਬਰ ਸੀਗੇ, ਫਿਰ ਵਾਈਸ ਪ੍ਰੈਜ਼ੀਡੈਂਟ ਸੀਗੇ, ਅਤੇ ਸਾਡੀਆਂ ਸੇਵਾਵਾਂ ਜਦੋਂ ਵੀ ਸਾਡੇ ਸੀਨੀਅਰ ਲੀਡਰ ਸਾਹਿਬਾਨਾਂ ਨੇ ਜਿੱਥੇ ਸਾਨੂੰ ਕੋਈ ਵੀ ਸੇਵਾ ਦਾ ਲਾਇਆ ਗਾ ਵੀ ਤੁਸੀਂ ਆਹ ਕੰਮ ਕਰਨਾ ਗਾ, ਅਸੀਂ ਉਸ ਨੂੰ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਸਾਡਾ ਕੰਮ ਕਾਰ ਦੇਖਦੇ ਹੋਏ ਸਾਡੇ ਅਹੁਦੇ ਹੋਰ ਸਾਨੂੰ ਸਟੇਟ ਦੇ ਵਿੱਚ ਭੇਜਿਆ। ਸਟੇਟ ਤੋਂ ਬਾਅਦ ਮੈਂ ਮਤਲਬ ਕਿ ਇਹਦੇ ਜਨਰਲ ਸਕੱਤਰ, ਜਿੱਦਾਂ ਤੁਸੀਂ ਕਿਹਾ ਹੀ ਹੈ, ਡਿਸਟ੍ਰਿਕਟ ਦਾ ਤਾਂ ਹੈਗਾ ਹੀ ਹੈ, ਪੰਜਾਬ ਯੂਥ ਇੰਟਕ ਦਾ ਵੀ ਮੈਂ ਸੈਕਟਰੀ ਹਾਂ। ਅਤੇ ਇਹ ਚੀਜ਼ਾਂ ਨੂੰ ਜਦੋਂ ਵੀ ਨੈਸ਼ਨਲ ਸਾਡੇ ਕੈਂਪ ਲੱਗਦੇ ਆ, ਪੰਜਾਬ ਤੋਂ ਬਾਅਦ ਦਿੱਲੀ ਤੱਕ ਵੀ ਜਾਂਦੇ ਹਾਂ, ਉੱਥੇ ਕੋਈ ਕਾਰਗੁਜ਼ਾਰੀ ਹੁੰਦੀ ਹੈ ਸਾਡੀ, ਅਸੀਂ ਜਾਂਦੇ ਹਾਂ ਆਉਂਦੇ ਹਾਂ, ਸਾਡੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਾਨੂੰ ਅਹੁਦੇ ਦਿੱਤੇ ਜਾਂਦੇ ਆ। ਉਹ ਟਾਈਮ ਦੇ ਹਿਸਾਬ ਨਾਲ ਅਸੀਂ ਉੱਦਾਂ ਸਾਨੂੰ ਅਹੁਦੇ ਮਿਲਦੇ ਗਏ ਆ, ਅਤੇ ਅਸੀਂ ਆਪਣੇ ਲੋਕਾਂ 'ਚ ਜੋ ਸਾਨੂੰ ਉੱਥੋਂ ਗਾਈਡਲਾਈਨ ਮਿਲਦੀ ਸੀ ਉਸ ਹਿਸਾਬ ਨਾਲ ਅਸੀਂ ਲੋਕਾਂ ਦੇ ਕੰਮ ਕਰਦੇ ਰਹੇ ਹਾਂ। ਕਿ ਉਸ ਹਿਸਾਬ ਨਾਲ ਸਾਨੂੰ ਹੁਣ ਮੌਕਾ ਸਾਰਿਆਂ ਨੇ ਮਿਲ ਕੇ ਸਾਡੇ ਹਾਊਸ ਨੇ ਦਿੱਤਾ ਗਾ। ਪ੍ਰਧਾਨਗੀ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਤੁਹਾਡਾ ਵੀ ਅਤੇ ਆਪਣੇ ਹਾਊਸ ਦਾ ਵੀ, ਜਿਨ੍ਹਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਹੈ। ਇੱਕ ਹੋਰ ਗੱਲ ਤੁਸੀਂ ਸਾਡੇ ਦਰਸ਼ਕਾਂ ਸਾਂਝੀ ਕਰੋ ਕਿ ਕਿਉਂਕਿ ਜਦੋਂ ਆਪਾਂ ਸਮਾਜ ਸੇਵਾ ਜਾਂ ਕਰਮਚਾਰੀਆਂ ਦੇ ਕੰਮ ਕਰਦੇ ਹਾਂ ਤੇ ਜ਼ਾਹਿਰ ਹੈ ਕਿ ਇੱਕ ਸਕੂਨ ਮਿਲਦਾ ਹੈ, ਇੱਕ ਅਜੀਬ ਹੀ ਅਲੌਕਿਕ ਜਿਹੜੀ ਹੈ ਉਹ ਸ਼ਾਂਤੀ ਮਿਲਦੀ ਹੈ। ਕਿ ਤੁਸੀਂ ਸਾਡੇ ਨਾਲ ਕੋਈ ਗੱਲ ਐਸੀ ਸਾਂਝੀ ਕਰਨਾ ਚਾਹੋਗੇ ਕਿ ਤੁਸੀਂ ਐਸਾ ਕੋਈ ਆਪਣੇ ਸਮਾਜ, ਆਪਣੇ ਕਰਮਚਾਰੀ ਲਈ ਕੰਮ ਕੀਤਾ ਹੋਵੇ ਜਿੱਥੇ ਤੁਸੀਂ ਬਹੁਤ ਜ਼ਿਆਦਾ ਆਪਣੇ ਆਪ ਦੇ ਵਿੱਚ ਸਕੂਨ ਫੀਲ ਕੀਤਾ ਹੋਵੇ? ਜੀ, ਇਹ ਕੰਮ ਕਰਦੇ ਕਰਦੇ ਇਹ ਬੰਦੇ ਨੂੰ ਇੱਕ ਕਹਿੰਦੇ ਤਮਾ ਵੀ ਹੁੰਦੀ ਹੈ, ਉਹ ਸੈਟਿਸਫੈਕਸ਼ਨ ਵੀ ਹੁੰਦੀ ਹੈ ਜਦੋਂ ਕਿਸੇ ਦਾ ਕੰਮ ਹੋ ਜਾਂਦਾ ਹੈ। ਤਮਾ ਇਹ ਹੁੰਦੀ ਹੈ ਵੀ ਅਸੀਂ ਇੱਦਾਂ ਦਾ ਕੰਮ ਅਸੀਂ ਹੋਰ ਕਰੀਏ, ਔਰ ਸੈਟਿਸਫੈਕਸ਼ਨ ਇਹ ਹੁੰਦੀ ਹੈ ਵੀ ਚਲੋ ਅਸੀਂ ਜਿਹੜੀ ਨੱਠ ਭੱਜ ਕੀਤੀ, ਕਦੇ ਕਿਸੇ ਨੂੰ ਇਸ ਦਾ ਫਾਇਦਾ ਹੋਇਆ। ਇਹ ਇੱਕ ਨਹੀਂ ਹੈ, ਕਈ ਤਰ੍ਹਾਂ ਦੀਆਂ ਉਦਾਹਰਨਾਂ ਹੈ। ਬਾਈ ਨੇਮ ਤਾਂ ਅਸੀਂ ਇੱਥੇ ਹੁਣ ਮੈਂ ਹਰ ਬੰਦੇ ਦਾ ਕਹਿ ਨਹੀਂ ਸਕਦਾ, ਪਰ ਇੱਦਾਂ ਦੇ ਮਸਲੇ ਜ਼ਰੂਰ ਹੈ। ਮਤਲਬ ਕਿ ਲੋਕਾਂ ਨੂੰ ਪਤਾ ਹੈ ਜਿਹੜੇ 10-10, 15-15 ਸਾਲ ਤੋਂ ਸੀਗੇ, ਕਿਸੇ ਦੀ ਨੌਕਰੀ ਤੋਂ ਸਸਪੈਂਡ ਹੋਇਆਂ ਨੂੰ, ਕਈਆਂ ਨੂੰ ਹੋਰ ਚੀਜ਼ਾਂ ਤੋਂ, ਵੀ ਜਿਹੜੇ ਹੈਗੇ ਆਪਣੀ ਸਿਰਫ ਨੌਲੇਜ ਕਰਕੇ, ਆਪਣੀ ਜਿਹੜੀ ਹੈਗੀ ਹੈ ਪੜ੍ਹਾਈ ਦੀ ਘਾਟ ਕਰਕੇ ਜਾਂ ਹੋਰ ਨਾ ਕਰਕੇ ਉਹ ਆਪਣੇ ਅਗਾਂਹ ਤੱਕ ਨਹੀਂ ਜਾ ਸਕੇ। ਉਹਨਾਂ ਨੂੰ ਆਪਾਂ ਬੜਾ ਕੋਸ਼ਿਸ਼ ਕੀਤੀਆਂ, ਉਹਨਾਂ ਦੇ ਫਰੂਟਫੁਲ ਨਤੀਜੇ ਵੀ ਸਾਹਮਣੇ ਆਏ ਆ। ਉਹ ਚੀਜ਼ਾਂ ਨੂੰ ਜਦੋਂ ਅਸੀਂ ਦੇਖਦੇ ਹਾਂ, ਜਦੋਂ ਕੋਈ ਆਪਣੀ ਰੁਜ਼ਗਾਰ 'ਤੇ ਪੈ ਜਾਂਦਾ ਹੈ ਜਾਂ ਕਿਸੇ ਦੀ ਸਮੱਸਿਆ ਹੱਲ ਹੁੰਦੀ ਹੈ, ਫਿਰ ਸਾਨੂੰ ਵੀ ਲੱਗਦਾ ਹੈ ਕਿ ਸਾਨੂੰ ਹੋਰ ਕੰਮ ਕਰਨਾ ਚਾਹੀਦਾ ਹੈ। ਉਹੀ ਸਾਡੀ ਐਨਰਜੀ ਹੁੰਦੀ ਹੈ ਕੰਮ ਕਰਨ ਦੀ। ਇੱਦਾਂ ਦੀਆਂ ਕਈ ਉਦਾਹਰਨਾਂ ਹੈਗੀਆਂ। ਉਹ ਮੈਂ ਇਕੱਲਾ ਨਹੀਂ ਦੱਸ ਸਕਦਾ, ਸਾਡੇ ਦਫ਼ਤਰ 'ਚ ਇੱਦਾਂ ਦੀਆਂ ਬੜੀਆਂ ਉਦਾਹਰਨਾਂ ਹੈ ਜਿਹੜੇ ਰੋਜ਼ ਸਾਡੇ ਕੋਲ ਬੰਦੇ ਆਉਂਦੇ ਆ ਕੰਮ ਕਰਨ ਲਈ ਅਤੇ ਆਪਣਾ ਕਰਾ ਕੇ ਜਾਂਦੇ ਆ। ਠੀਕ ਹੈ ਜੀ। ਅਤੇ ਹੁਣ ਤੁਸੀਂ ਪ੍ਰਧਾਨ ਬਣੇ ਹੋ, ਪ੍ਰਧਾਨ ਬਣਨ ਦੇ ਨਾਲ ਦੇਖੋ ਇੰਪਲੋਈ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਤੁਹਾਡੇ ਮੋਢਿਆਂ 'ਤੇ ਆ ਜਾਂਦੀ, ਨਾ ਤੁਹਾਡੇ 'ਤੇ ਕੇਵਲ ਬਲਕਿ ਤੁਹਾਡੇ ਜਿਹੜੀ ਪੂਰੀ ਟੀਮ ਹੈ ਇਸ ਦਫ਼ਤਰ 'ਚ ਕੰਮ ਕਰ ਰਹੀ ਹੈ ਮਜ਼ਦੂਰ ਸੰਘ ਦੇ। ਅਤੇ ਇੱਕ ਅੱਜ ਕੱਲ੍ਹ ਸਤਨਾਮ ਸਿੰਘ ਜੀ ਇੱਕ ਬਹੁਤ ਇਸ਼ੂ ਚੱਲਿਆ ਹੋਇਆ ਨੰਗਲ ਸ਼ਹਿਰ 'ਚ, ਔਰ ਗੱਲ ਵਾਜਬ ਵੀ ਹੈ ਕਿ ਜਿਹੜੇ ਖਾਲੀ ਮਕਾਨ ਨੇ, ਵੇਕੈਂਟ ਹਾਊਸਿਸ ਨੇ, ਉਹਨਾਂ ਨੂੰ ਲੈ ਕੇ ਸ਼ਹਿਰ ਦੇ ਵਿੱਚ ਸਨਸਨੀ ਹੈ। ਕਿਉਂਕਿ ਉਹ ਇੱਕ ਤਾਂ ਉਹ ਜਿਹੜੇ ਮਕਾਨ ਨੇ ਉੱਥੇ ਕਈ ਤਰ੍ਹਾਂ ਦੇ ਜ਼ਹਿਰੀਲੇ ਜੀਵ ਜੰਤੂਆਂ ਦਾ ਵਾਸ ਹੋ ਚੁੱਕਾ ਹੈ, ਅਤੇ ਦੂਸਰਾ ਉੱਥੇ ਕੰਟੈਮੀਨੇਸ਼ਨ ਪਾਣੀ ਦਾ ਵੀ ਕਈ 'ਚ ਅਸੀਂ ਪਤਾ ਕੀਤਾ ਹੈ ਕਿ ਪਾਣੀ ਲਗਾਤਾਰ ਵਹਿ ਰਿਹਾ, ਅਤੇ ਉਹ ਵੀ ਇੱਕ ਬਿਮਾਰੀ ਦਾ ਘਰ ਹੈ। ਅਤੇ ਦੂਸਰਾ ਹੋਰ ਵੀ ਇੱਕ ਸਾਡਾ ਸਵਾਲ ਸੀ ਕਿ ਜਦੋਂ ਮਕਾਨ ਖਾਲੀ ਪਏ ਨੇ ਅਤੇ ਜਿਹੜੇ ਸਾਡੇ ਲੋਕ ਰਿਟਾਇਰ ਹੋ ਚੁੱਕੇ BBMP ਤੋਂ, ਕਿਆ ਉਹਨਾਂ ਦੇ ਲਈ ਤੁਸੀਂ ਉਹ ਮਕਾਨ ਅਲਾਟ ਕਰ ਸਕਦੇ ਹੋ ਜਾਂ ਉਹਦੇ ਲਈ ਕੋਈ ਪਾਲਿਸੀ ਹੈ? ਅਤੇ ਇਹ ਇੱਕ ਨਾ ਆਮ ਜਨਤਾ ਦਾ ਸਵਾਲ ਸੀ ਜਿਹੜਾ ਪੁੱਛਣਾ ਚਾਹੁੰਦਾ ਵੀ ਖਾਲੀ ਮਕਾਨਾਂ ਦੇ ਲਈ ਤੁਸੀਂ ਪ੍ਰਧਾਨ ਬਣੇ ਹੋ,
ਤੁਸੀਂ ਉਹਨਾਂ ਦੇ ਲਈ ਕੀ ਪਾਲਿਸੀ ਬਣਾਓਗੇ, ਤੁਸੀਂ ਉਹਨਾਂ ਲਈ ਕੀ ਐਫਰਟ ਕਰੋਗੇ ਕਿ ਉਸ ਜਗ੍ਹਾ ਦਾ ਇੱਕ ਸਹੀ ਉਪਯੋਗ ਹੋ ਜਾਏ? ਇਹ ਤੁਹਾਡਾ ਬਿਲਕੁਲ ਵਾਜਬ ਸਵਾਲ ਹੈ, ਠੀਕ ਹੈ। ਇਹ ਸ਼ਹਿਰ ਦੀ ਸਾਡੀ ਸਮੱਸਿਆ ਹੀ ਹੈ, ਕਿਉਂਕਿ ਜਿਹੜਾ ਸਾਡਾ ਸ਼ਹਿਰ ਹੈ ਨੰਗਲ, ਉਹਦੇ ਵਿੱਚ ਲਗਭਗ 50 ਤੋਂ 60% ਸਾਡਾ BBMB ਦਾ ਹੀ ਏਰੀਆ ਹੈ, ਤੇ ਮਕਾਨ ਕਾਫੀ ਪੁਰਾਣੇ ਹੋ ਚੁੱਕੇ ਹਨ। ਤੇ ਹੁਣ ਅਸੀਂ ਇਹ ਅੱਜ ਦੀ ਨਹੀਂ, ਅਸੀਂ ਪਹਿਲਾਂ ਤੋਂ ਹੀ ਆਪਣੇ ਏਜੰਡੇ ਦੇ ਵਿੱਚ ਇਸ ਨੂੰ ਪਾਇਆ ਹੋਇਆ ਹੈ ਕਿ ਇਹ ਜਿਹੜਾ ਏਜੰਡੇ ਦੇ ਵਿੱਚ ਜਿਹੜਾ ਕੁਆਟਰਾਂ ਦੇ ਸੰਬੰਧੀ ਮਸਲਾ ਹੈਗਾ ਕਿ ਇੱਕ ਤਾਂ ਜਿਹੜੇ ਪੁਰਾਣੇ ਕੁਆਟਰ ਹੈਗੇ ਆ ਉਹਨਾਂ ਦੀ ਜਿਹੜੀ ਸਾਂਭ ਸੰਭਾਲ ਕੀਤੀ ਜਾਵੇ। ਉਹ ਕਿਵੇਂ ਕੀਤੀ ਜਾਵੇ? ਜੇ ਡਬਲ ਸਟੋਰੀ ਹੈਗੀ ਹੈ, ਉਹ ਡਬਲ ਸਟੋਰੀ ਦੇ ਵਿੱਚ ਥੱਲੇ ਵਾਲਾ ਕੁਆਟਰ ਯੂਜ਼ ਕਰ ਰਿਹਾ, ਉੱਪਰ ਵਾਲਾ ਕਰ ਨਹੀਂ ਰਿਹਾ। ਉਹ ਅਸੀਂ ਪਾਲਿਸੀ ਬਣਾਈ ਹੈ। ਹੁਣ ਪਾਲਿਸੀ ਕੀ ਹੈ, ਅਸੀਂ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਹੈ ਤੇ ਉਹ ਲਗਭਗ ਐਗਰੀ ਵੀ ਹੋ ਗਿਆ ਤੇ ਕੁਝ ਕੁਆਟਰ ਸਾਡੇ ਅਲੋਟ ਵੀ ਹੋ ਚੁੱਕੇ ਆ। ਜਿਹੜੇ ਉੱਪਰ ਵਾਲੇ ਕੁਆਟਰ ਹੈਗੇ ਆ, ਜਿਹੜੇ ਟੌਪ ਸਟੋਰੀ ਵਾਲੇ ਕੁਆਟਰ ਹੈ, ਨਹੀਂ ਕਿਸੇ ਨੂੰ ਅਲੋਟ ਹੋਏ, ਉਹ ਨੀਚੇ ਵਾਲੇ ਨੂੰ ਅਸੀਂ ਉਹਨੂੰ ਦੇ ਰਹੇ ਹਾਂ। ਉਹਦੇ ਨਾਲ ਕੀ ਹੋਣਾ ਹੈ, ਇੱਕ ਤਾਂ ਉਹਦੀ ਅਕੋਮੋਡੇਸ਼ਨ ਵੀ ਵੱਧ ਜਾਣੀ ਹੈ EMPLOYE ਦੀ, ਇੱਕ ਉਹਦੀ ਜ਼ਿੰਮੇਵਾਰੀ ਬਣ ਜਾਣੀ ਹੈ ਉਸ ਕੁਆਟਰ ਨੂੰ ਦੇਖਣ ਨੂੰ। ਨਾਲ ਡਿਪਾਰਟਮੈਂਟ ਨੇ ਵੀ ਆ ਕੇ ਦੇਖਣਾ ਹੈਗਾ ਵੀ ਇਹ ਉੱਪਰ ਵਾਲਾ ਕੁਆਟਰ ਯੂਜ਼ ਕਰ ਰਹੇ ਹਾਂ, ਜਿਹੜੀ ਵੀ ਕੋਈ ਰਹਿੰਦੀ ਕਮੀ ਪੇਸ਼ੀ ਹੈ ਪੂਰੀ ਕੀਤੀ ਜਾਵੇ। ਹਾਂ, ਬਾਕੀ ਜਿਹੜੇ ਰਿਟਾਇਰ EMPLOYES ਹੈ ਉਹਨਾਂ ਬਾਰੇ ਵੀ ਅਸੀਂ ਹੁਣ ਸਾਡੇ ਇੱਕ ਏਜੰਡੇ ਲੇਟੈਸਟ ਜਿਹੜੀ ਮੀਟਿੰਗ ਹੋਈ ਹੈ ਚੀਫ ਇੰਜੀਨੀਅਰ ਭਾਕਰ ਨਾਲ, ਤੇ ਉਹਨਾਂ ਨੇ ਮੈਨੇਜਮੈਂਟ ਨੇ ਸਾਡੇ ਨਾਲ ਬਿਲਕੁਲ ਐਗਰੀ ਕੀਤਾ ਹੈ ਕਿ ਤੁਸੀਂ ਇਹ ਗੱਲ ਬਿਲਕੁਲ ਠੀਕ ਹੈ, ਅਸੀਂ ਪ੍ਰਾਪਰਟੀ ਨੂੰ ਬਚਾਉਣਾ ਚਾਹੁੰਦੇ ਹਾਂ। ਕਿਵੇਂ ਬਚਾਈਏ? ਉਹ ਜਿਵੇਂ ਨੈਸ਼ਨਲ ਫਰਟਾਈਜ਼ਰ ਲਿਮਟਿਡ NFL ਨੇ ਲੀਜ਼ ਪਾਲਿਸੀ ਬਣਾਈ ਹੈ, ਅਸੀਂ ਉਸ ਬਿਹਾਫ 'ਤੇ ਉਹਨਾਂ ਨੂੰ ਸੁਜੈਸਟ ਕੀਤਾ ਹੈ ਕਿ ਤੁਸੀਂ ਉਸ ਬਿਹਾਫ 'ਤੇ ਜਿਹੜੀ ਆ ਪਾਲਿਸੀ ਜਿਹੜੀ ਲੈ ਕੇ ਆਓ। ਅਸੀਂ ਉਸ ਪਾਲਿਸੀ ਨੂੰ BBMB 'ਚ ਵੀ ਇੰਪਲੀਮੈਂਟ ਕਰਾਉਣਾ ਚਾਹੁੰਦੇ ਹਾਂ ਕਿ EMPLOYES ਹੋਵੇ, ਭਾਵੇਂ ਉਹਦੀ ਸ਼ੋਰਟੀ EMPLOYES ਦੀ ਪੈ ਜਾਵੇ ਔਰ ਰਿਟਾਇਰਿੰਗ EMPLOYES ਨੂੰ ਜਿਹੜਾ ਹੈਗਾ ਉਹ ਕੁਆਟਰ ਦਿੱਤਾ ਜਾਵੇ, ਤਾਂ ਜੋ ਸਾਡੀ ਜਿਹੜੀ ਪ੍ਰਾਪਰਟੀ ਵੀ ਸੇਫ ਹੋ ਜਾਵੇ। ਉਹ ਹੈ ਇਹ, ਇਸ ਪਰ ਅਸੀਂ ਕੰਮ ਕਰ ਰਹੇ ਹਾਂ ਔਰ ਮੇਰੇ ਖਿਆਲ 'ਚ ਅਸੀਂ ਜਲਦ ਤੋਂ ਜਲਦ ਇਹ ਨਤੀਜੇ ਚੰਗੇ ਨਿਕਲਣ ਦੀ ਆਸ ਕਰਦੇ ਹਾਂ ਮੈਨੇਜਮੈਂਟ ਨਾਲ। ਅਸੀਂ ਹੁਣ ਨਵੇਂ ਚੀਫ ਇੰਜੀਨੀਅਰ ਤੋਂ ਬਾਅਦ ਨਵੇਂ ਚੇਅਰਮੈਨ ਸਾਹਿਬ ਵੀ ਆਏ ਆ, ਉਹਨਾਂ ਨਾਲ ਵੀ ਇਸ ਗੱਲ ਨੂੰ ਆਪਾਂ ਕਰਾਂਗੇ। ਇੱਥੋਂ ਸਾਡਾ ਏਜੰਡਾ ਉੱਥੇ ਜਾਣਾਗਾ, ਇਸ ਪਰ ਅਸੀਂ ਸਾਡਾ ਪੂਰਾ ਜ਼ੋਰ ਹੈ ਔਰ ਡਬਲ ਕੁਆਟਰਾਂ ਨੂੰ ਕਰਨ ਦਾ ਇੱਕ EMPLOYES ਨੂੰ ਔਰ ਰਿਟਾਇਰੀਆਂ ਨੂੰ ਦੇਣ ਦਾ। ਬਹੁਤ ਬਹੁਤ ਧੰਨਵਾਦ ਤੁਹਾਡਾ, ਕਿਉਂਕਿ ਇਹ ਜਿਹੜਾ ਤੁਸੀਂ ਸਵਾਲ ਦਾ ਆਨਸਰ ਦਿੱਤਾ ਹੈ, ਜਵਾਬ ਦਿੱਤਾ ਹੈ ਕਿ ਇਹ ਇੱਕ ਮਸਲਾ ਜਿਹੜਾ ਹੈ ਇਹ ਇੱਕ ਪ੍ਰੋਸੈਸ 'ਚ ਹੈ ਅਤੇ ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਹੋਊਗਾ। ਇਹ ਸਾਡੇ ਦਰਸ਼ਕਾਂ ਲਈ ਬਹੁਤ, ਖਾਸ ਕਰ BBMB ਦੇ ਜਿਹੜੇ ਵੀ ਮੁਲਾਜ਼ਮ ਇਸ ਚੈਨਲ ਦੇ ਰਾਹੀਂ ਇਸ ਨੂੰ ਦੇਖ ਰਹੇ ਨੇ, ਉਹਨਾਂ ਲਈ ਬੜੀ ਹੀ ਖੁਸ਼ੀ ਦੀ ਗੱਲ ਹੈ, ਖਾਸ ਕਰ ਜੇ ਰਿਟਾਇਰ ਹੋ ਚੁੱਕੇ ਨੇ, ਕਿਉਂਕਿ ਨੰਗਲ ਇੱਕ ਸਵਰਗ ਹੈ। ਨੰਗਲ ਸ਼ਹਿਰ ਵਰਗੀ ਧਰਤੀ ਮੈਂ ਸਮਝਦਾ ਕਿ ਨਾ ਕੇਵਲ ਹਿੰਦੁਸਤਾਨ 'ਚ, ਪੂਰੇ ਸੰਸਾਰ ਦੇ ਵਿੱਚ ਵੀ ਕਿਤੇ ਕਿਤੇ ਹੈ। ਨੰਗਲ ਸ਼ਹਿਰ ਦੇ ਲੋਕ ਨੰਗਲ ਸ਼ਹਿਰ 'ਚ ਹੀ ਰਹਿਣਾ ਚਾਹੁੰਦੇ ਆ ਅਤੇ ਨੰਗਲ ਸ਼ਹਿਰ ਕੋਲੇ BBMB ਕੋਲੇ ਖਾਲੀ ਮਕਾਨ ਵੀ ਪਏ ਨੇ। ਜੇ ਤੁਸੀਂ ਸਤਨਾਮ ਸਿੰਘ ਜੀ ਇਸ ਦੇ ਉੱਤੇ, ਕਿਉਂਕਿ ਤੁਸੀਂ ਪ੍ਰਧਾਨ ਹੋ, ਤੁਸੀਂ ਅਗਰ ਇਸ ਦੇ ਉੱਤੇ ਕੋਈ ਸਹੀ ਨਤੀਜਾ ਲੈ ਕੇ ਆਉਂਦੇ ਹੋ ਤਾਂ ਮੈਂ ਸਮਝਦਾ ਕਿ ਸਾਡੇ ਖਾਸ ਕਰ ਨੰਗਲ ਸ਼ਹਿਰ ਦੇ ਲਈ ਬਹੁਤ ਹੀ ਇੱਕ ਕਿਰਤ ਦਾ ਬਹੁਤ ਹੀ ਵੱਡਾ ਕੰਮ ਹੋਊਗਾ, ਖਾਸ ਕਰ ਸਾਡੇ ਸ਼ਹਿਰ ਦੇ ਲਈ। ਮੈਂ ਤੁਹਾਨੂੰ ਇਸ ਗੱਲ ਦੇ ਉੱਤੇ ਵਧਾਈ ਵੀ ਦਿੰਦਾ ਅਤੇ ਤੁਹਾਨੂੰ ਹੌਸਲੇ ਦੀ ਗੱਲ ਵੀ ਹੈ ਵੀ ਤੁਸੀਂ ਇਸ ਗੱਲ ਨੂੰ ਅੱਗੇ ਤੋਰਿਆ ਹੈ ਅਤੇ ਚੀਫ ਇੰਜੀਨੀਅਰ ਜਾਂ BBMB ਦੇ ਚੇਅਰਮੈਨ ਦੇ ਨਾਲ ਤੁਸੀਂ ਗੱਲ ਨੂੰ ਲੈ ਕੇ ਪਹੁੰਚੇ ਹੋ। ਦੂਸਰਾ ਇੱਕ ਹੋਰ ਮਸਲਾ ਸਾਡੇ ਸ਼ਹਿਰ ਦੇ ਵਿੱਚ ਚੱਲ ਰਿਹਾ ਕਾਫੀ ਦਿਨਾਂ ਤੋਂ, ਕਾਫੀ ਸਾਲਾਂ ਤੋਂ, ਕਿ ਜਿਹੜੇ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਸਰਕਾਰ ਨੇ, ਕਿਉਂਕਿ ਸਾਡੀ ਜਾਣਕਾਰੀ ਮੁਤਾਬਕ 5/11/2005 ਤੋਂ ਲੈ ਕੇ 16/4/2010 ਤੱਕ ਜਿਹੜੇ EMPLOYE ਡਿਊਰਿੰਗ ਜੌਬ ਜਿਹੜੇ ਕਿ ਮਤਲਬ ਇਸ ਦੁਨੀਆ ਤੋਂ ਚਲੇ ਗਏ ਨੇ, ਕੰਪੈਸ਼ਨੇਟ ਗਰਾਊਂਡ ਦੇ ਉੱਤੇ ਆਪਾਂ ਨੂੰ ਕਹਿੰਦੇ ਹਾਂ ਲੈਂਗੁਏਜ ਦੇ ਵਿੱਚ, ਉਹ ਨੌਕਰੀਆਂ ਬੰਦ ਕਰ ਦਿੱਤੀਆਂ ਸੀ। 5 ਤੋਂ ਪਹਿਲਾਂ ਵੀ ਲੋਕਾਂ ਨੂੰ ਮਿਲੀਆਂ ਨੇ ਅਤੇ 10 ਤੋਂ ਬਾਅਦ ਵੀ ਹੁਣ ਮਿਲ ਰਹੀਆਂ ਨੇ। ਇਹ ਜਿਹੜਾ ਪੀਰੀਅਡ ਕੰਡੋਨ ਕੀਤਾ ਸੀ 2005 ਅਤੇ 2010, ਇਹਦੇ ਬਾਰੇ ਤੁਸੀਂ ਕੁਝ ਸਾਡੇ ਚੈਨਲ ਦੇ ਰਾਹੀਂ ਸਾਡੇ ਦਰਸ਼ਕਾਂ ਨੂੰ ਦੱਸੋ। ਇਹਦੇ ਵਿੱਚ 2005 ਤੋਂ ਲੈ ਕੇ 2010 ਦੇ ਵਿੱਚ ਜਿਹੜੀਆਂ ਕੰਪੈਸ਼ਨੇਟ ਗਰਾਊਂਡ ਦੀਆਂ ਨੌਕਰੀਆਂ ਬੰਦ ਹੋਈਆਂ ਸੀਗੀਆਂ, ਉਸ ਟਾਈਮ ਸਲੇਸ਼ਨ ਦਿੱਤਾ ਗਿਆ, ਕੁਝ ਮੁਲਾਜ਼ਮਾਂ ਨੂੰ ਸਲੇਸ਼ਨ ਦਿੱਤਾ ਗਿਆ। ਸਲੇਸ਼ਨ ਇੱਕ ਫਿਕਸਡ ਅਮਾਊਂਟ ਹੁੰਦੀ ਹੈ, 3 ਤੋਂ ਲੈ ਕੇ 5 ਲੱਖ ਰੁਪਏ ਜਿਹੜੇ ਬੰਦਿਆਂ ਨੂੰ ਨੌਕਰੀ ਨਹੀਂ ਲੈਣੀ ਹੈ। ਉਹਦੇ ਵਿੱਚ ਹਾਂ ਉਹ ਬੰਦ ਹੋਈਆਂ ਸੀਗੀਆਂ, ਪਰ ਉਹਦੇ ਵਿੱਚ ਬਾਅਦ 'ਚੋਂ ਜਥੇਬੰਦੀਆਂ ਨੇ, ਕਰਮਚਾਰੀ ਸੰਗਠਨਾਂ ਨੇ, ਅਸੀਂ ਬੜਾ ਸਾਰਿਆਂ ਨੇ ਰਲ ਮਿਲ ਕੇ ਉਹਦਾ ਕੀਤਾ ਗਿਆ ਕਿ ਇਹ ਜਿਹੜਾ ਇੱਕ ਬੰਦੇ ਨੂੰ 3-4 ਲੱਖ ਰੁਪਏ ਨਾਲ ਨਹੀਂ ਗੱਲ ਬਣਨੀ ਹੈ। ਕਈਆਂ ਦੀ ਫੈਮਿਲੀ ਸਰਕਮਸਟੈਂਸਸ ਇੱਦਾਂ ਦੇ ਹੁੰਦੇ ਆ ਕਿ ਉਹਨਾਂ ਨੂੰ ਨੌਕਰੀ ਚਾਹੀਦੀ ਹੈ। ਉਸ ਤੋਂ ਬਾਅਦ ਇਹ ਨੌਕਰੀ ਜਿਹੜੀ ਹੈ ਦੁਬਾਰਾ ਬਹਾਲ ਹੋਈ ਹੈ। ਦੁਬਾਰਾ ਜਦੋਂ ਬਹਾਲ ਹੋਈ ਹੈ, ਉਸ ਦੇ ਵਿੱਚ ਇੱਕ ਜਿਹੜੀ ਤੁਸੀਂ ਡੇਟ ਦੱਸੀ ਹੈ ਬਿਲਕੁਲ ਠੀਕ ਹੈ, ਉਹ ਅਪ੍ਰੈਲ ਜਿਹੜੀ 2010 ਦੇ ਬਾਅਦ ਜਿਹੜੀ ਹੈ ਕੱਟ ਆਫ ਡੇਟ ਕਰ ਦਿੱਤੀ ਗਈ। ਉਸ ਤੋਂ ਬਾਅਦ ਜਿਹੜੇ EMPLOYES ਰਹਿ ਗਏ ਸੀਗੇ, ਉਹ ਅਸੀਂ ਉਹ ਜਿਹੜੇ ਅਫੈਕਟਡ ਜਿਹੜੇ EMPLOYES ਹੈਗੇ ਆ, ਉਹਨਾਂ ਦੇ ਜਿਹੜੇ ਬੱਚੇ ਆ, ਉਹਨਾਂ ਬਾਰੇ ਅਸੀਂ ਆਪਣੇ ਏਜੰਡੇ ਦੇ ਵਿੱਚ ਵੀ ਅਤੇ ਮੈਨੇਜਮੈਂਟ ਦੇ ਨਾਲ ਵੀ ਰਾਬਤਾ ਕਾਇਮ ਕਰ ਰਹੇ ਹਾਂ।
ਬਟ ਉਹਦੇ 'ਚ ਕੁਛ ਸਰਕਾਰ ਦੀ ਮਜਬੂਰੀ ਹੈ, ਕੁਛ PSPSL ਦੀਆਂ ਸਾਡੀਆਂ ਪਾਲਿਸੀ ਅਸੀਂ ਅਡੋਪਟ ਕਰਦੇ ਹਾਂ, ਉਸ ਪਾਲਿਸੀ ਦੇ ਵਿੱਚ ਜਿਹੜੀ ਹੈ ਉਹ ਕਵਰ ਨਹੀਂ ਹੋ ਰਹੇ ਸੀਗੇ। ਬਟ ਅਸੀਂ ਇਸ ਸੰਬੰਧੀ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਦੇ ਨਾਲ ਜਿਹੜੇ ਮਾਨਯੋਗ ਉਸ ਟਾਈਮ ਦੇ ਮੰਤਰੀ ਸਾਹਿਬਾਨ ਸੀਗੇ ਤੇ ਹੁਣ ਵੀ ਜਿਹੜੇ ਮੌਜੂਦਾ ਮੰਤਰੀ ਸਾਹਿਬਾਨ ਹੈ ਉਹਨਾਂ ਨਾਲ ਰਾਬਤਾ ਕਰਦੇ ਹਾਂ। ਤੇ ਇਹਦੇ ਵਿੱਚ ਮੈਂ ਦੱਸਣਾ ਵੀ ਚਾਹੁੰਦਾ ਹਾਂ, ਮਾਨਯੋਗ ਸਪੀਕਰ ਸਾਹਿਬ ਨੇ ਸਾਡੀਆਂ ਪਰਸਨਲ ਮੀਟਿੰਗਾਂ ਵੀ ਕਰਾਈਆਂ ਉਹਨਾਂ ਨਾਲ, ਤੇ ਮੈਨੇਜਮੈਂਟ ਦੇ ਨਾਲ ਮਿਲ ਕੇ ਉੱਧਰ PSPSL ਦੇ ਮੰਤਰੀ ਸਾਹਿਬਾਨ ਨਾਲ ਮਿਲ ਕੇ ਅਸੀਂ ਚਾਹੁੰਦੇ ਹਾਂ ਵੀ ਇਸ ਸਮੱਸਿਆ ਦਾ ਵੀ ਹੱਲ ਕੱਢਿਆ ਜਾਵੇ। ਇਸ ਨਾਲ ਸੰਬੰਧਿਤ ਜਿਹੜੇ ਨੰਗਲ ਦੇ ਵਿੱਚ ਵੀ ਮੁਲਾਜ਼ਮ ਬੈਠੇ ਆ, ਸਾਨੂੰ ਪਤਾ ਇਸ ਗੱਲ ਦਾ, ਅਸੀਂ ਇਸ ਪਰ ਵੀ ਕੰਮ ਕਰ ਰਹੇ ਹਾਂ। ਪਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਹਿੰਦਾ ਇਹ ਵੀ ਆਪਾਂ ਇਸ ਜਿਹਦੇ ਨਿਕਲਾਂਗੇ ਤਾਂ ਕੋਈ ਨਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ। ਕਿਉਂਕਿ ਤੁਸੀਂ ਸਲੇਸ਼ਮ ਦੀ ਜਿਹੜੀ ਸਤਨਾਮ ਸਿੰਘ ਜੀ ਗੱਲ ਕੀਤੀ ਹੈ, ਦੇਖੋ ਜਿਵੇਂ ਮੈਂ ਇੱਕ ਕੈਲਕੂਲੇਸ਼ਨ ਲਾਵਾਂ ਕਿ ਤੁਸੀਂ 3 ਲੱਖ ਜਾਂ 4 ਲੱਖ ਜਾਂ 5 ਲੱਖ ਦੀ ਗੱਲ ਕੀਤੀ ਹੈ। ਜਦੋਂ ਕਿਸੇ ਨੂੰ ਨੌਕਰੀ ਮਿਲਦੀ ਹੈ ਉਹ ਉਹਦੇ ਮੁਤਾਬਿਕ ਇਹ ਅਮਾਊਂਟ ਤਾਂ ਕਾਫੀ ਘੱਟ ਹੈ। ਤੁਸੀਂ ਇਸ ਗੱਲ ਨਾਲ ਐਗਰੀ ਕਰਦੇ ਹੋ? ਬਿਲਕੁਲ ਬਿਲਕੁਲ, ਇਹ ਤਾਂ ਬਿਲਕੁਲ ਘੱਟ ਹੈ ਅਮਾਊਂਟ। ਕਿਸੇ ਬੰਦੇ ਨੇ ਸਾਰੀ ਜ਼ਿੰਦਗੀ ਨੌਕਰੀ ਕਰਨੀ, ਕਿਸੇ ਨੇ 4 ਲੱਖ। ਇੱਕ ਹੋਰ ਵੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ, ਉਹ ਜਿਹੜੇ ਬੱਚਿਆਂ ਨੇ ਲੈ ਲਏ ਹੋਏ ਪੈਸੇ, ਉਹਨਾਂ ਨੇ ਜੇ ਕਿਤੇ ਅੱਜ ਨੌਕਰੀ ਲੈਣੀ ਹੋਵੇ ਵਿਦ ਇੰਟਰਸਟ ਵਾਪਸ ਕਰਨੇ ਪੈਣੇ ਆ, ਉਹ 20 ਲੱਖ ਰੁਪਏ ਬਣ ਜਾਂਦਾ ਹੈਗਾ। ਇੱਦਾਂ ਨਹੀਂ ਉਹਨਾਂ ਦੀ ਕਿਸੇ ਦੀ ਹਾਲਾਤ ਹੀ ਨਹੀਂ ਹੈਗੇ ਕਿ ਉਹ 20 ਲੱਖ ਦੇ ਕੇ ਆਪਣੀ ਨੌਕਰੀ ਲੈ ਸਕਣ। ਜੀ ਬਿਲਕੁਲ, ਅਸੀਂ ਉਹਨੂੰ ਵੀ ਫੋਲੋ ਕਰਾਉਣਾ ਚਾਹੁੰਦੇ ਹਾਂ ਵੀ ਉਹਨੂੰ ਨਹੀਂ, ਤੁਸੀਂ ਬਹੁਤ ਵਧੀਆ ਤੁਸੀਂ ਪੁਆਇੰਟ ਰੱਖਿਆ, ਕਿਉਂਕਿ ਇਹ ਜਾਣਕਾਰੀ ਸ਼ਾਇਦ ਸਾਡੇ ਦਰਸ਼ਕ ਨੂੰ ਨਹੀਂ ਸੀ। ਤੁਸੀਂ ਐਜ਼ ਏ ਪ੍ਰਧਾਨ ਜਾਂ ਇੰਟੈਕ ਨਾਲ ਜੁੜੇ ਹੋਏ ਦੇ ਸਕਦੇ ਹੋ ਕਿ ਜਿਨ੍ਹਾਂ ਨੇ ਸਲੇਸ਼ਮ ਲੈ ਚੁੱਕੇ ਨੇ, ਜਦੋਂ ਉਹ ਨੌਕਰੀ ਲੈਣਗੇ ਤੇ ਉਹ ਵਿਦ ਇੰਟਰਸਟ ਜਿਹੜਾ ਹੈ ਉਹ ਸਰਕਾਰ ਨੂੰ ਵਾਪਸ ਕਰਨਾ ਪਊਗਾ। ਤੇ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਸੰਸਥਾ ਹੈ ਭਾਖੜਾ ਮਜ਼ਦੂਰ ਸੰਘ ਨੰਗਲ ਤੇ ਇੰਟੈਕ ਜ਼ਿਲ੍ਹਾ ਰੋਪੜ, ਅਸੀਂ ਇਸ ਗੱਲ ਤੇ ਪਹਿਰਾ ਦੇ ਰਹੇ ਹਾਂ ਕਿ ਉਹ ਜਿਹੜਾ ਜੇ ਕਦੇ ਅੱਲਾ ਕਰੇ ਕਿ ਉਹ ਸਲੇਸ਼ਮ ਜਿਹੜਾ ਹੈ ਉਹ ਨੌਕਰੀ ਖੁੱਲ੍ਹੇ, ਸਲੇਸ਼ਮ ਵਾਪਸ ਕਰਨਾ ਪਵੇ, ਤੇ ਆਪਾਂ ਉਸ ਸਲੇਸ਼ਮ ਦਾ ਜਿਹੜਾ ਇੰਟਰਸਟ ਹੈ ਉਸ ਨੂੰ ਵੀ ਮਾਫ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਵੀ ਸਾਡੇ ਸ਼ਹਿਰ ਵਾਸੀਆਂ ਲਈ ਸਤਨਾਮ ਸਿੰਘ ਜੀ ਬਹੁਤ ਵੱਡੀ ਗੱਲ ਤੁਸੀਂ ਕਹੀ ਹੈ, ਕਿਉਂਕਿ ਤੁਸੀਂ ਪੜ੍ਹੇ ਲਿਖੇ ਪ੍ਰਧਾਨ ਹੋ ਇੰਟੈਕ ਦੇ ਔਰ ਮਜ਼ਦੂਰ ਸੰਘ ਦੇ, ਤੇ ਸ਼ਹਿਰ ਤੁਹਾਤੋਂ ਇਸੇ ਤਰ੍ਹਾਂ ਦੀ ਹੀ ਉਮੀਦ ਰੱਖਦਾ ਹੈ ਕਿ ਜਿਹੜੀਆਂ ਗੱਲਾਂ ਦਾ ਸ਼ਹਿਰ ਨੂੰ ਪਤਾ ਵੀ ਨਹੀਂ ਹੋਵੇ ਪਰ ਤੁਸੀਂ ਉਹਦਾ ਹੱਲ ਕਰਦੇ ਹੋ। ਇਹ ਸਾਡੇ ਸ਼ਹਿਰ ਲਈ ਬਹੁਤ ਮਾਣ ਦੀ ਗੱਲ ਹੈ। ਤੇ ਇੱਕ ਹੋਰ ਗੱਲ ਸਤਨਾਮ ਸਿੰਘ ਜੀ ਕਰਨੀ ਹੈ, ਕਿਉਂਕਿ ਸਿਆਸੀ ਗੱਲ ਜਿਹੜੀ ਹੈ ਉਹ ਵੀ ਜਿਹੜੀ ਸ਼ਹਿਰ ਲਈ ਬਹੁਤ ਮਾਇਨੇ ਰੱਖਦੀ ਹੈ। ਸਾਡਾ ਸ਼ਹਿਰ ਇੰਪਲੋਈਜ਼ ਦਾ ਸ਼ਹਿਰ ਹੈ ਤੇ ਇੱਥੋਂ ਵਾਰਡ ਦੇ ਵਿੱਚ ਲਗਭਗ ਸਾਰੇ ਇੰਪਲੋਈਜ਼ ਨੇ। ਤੇ ਹੁਣ ਸਾਡੀ ਜਾਣਕਾਰੀ ਮੁਤਾਬਕ ਜਿਹੜਾ ਮਿਊਨਿਸਪਲ ਕੌਂਸਲ ਦਾ ਇਲੈਕਸ਼ਨ ਹੈ ਉਹ ਆਉਣ ਵਾਲਾ ਹੈ, ਤੇ ਸਾਨੂੰ ਲੱਗਦਾ ਵਾ ਕਿ 3-4 ਮਹੀਨੇ ਤੋਂ ਬਾਅਦ ਸ਼ਾਇਦ ਇਲੈਕਸ਼ਨ ਜਿਹੜਾ ਹੈ ਉਹ ਹੋ ਸਕਦਾ ਹੈ। ਤੇ ਤੁਸੀਂ ਸਾਡੀ ਜਾਣਕਾਰੀ ਮੁਤਾਬਕ ਤੁਹਾਡੇ ਮੈਡਮ ਇੰਦੂ ਬਾਲਾ ਜੀ ਜਿਹੜੇ ਨੇ ਉਹ ਐਜ਼ ਏ ਕਾਉਂਸਲਰ ਜਿਹੜੇ ਹੈ ਉਹ ਕਰਮਚਾਰੀਆਂ ਦੀਆਂ ਇੰਪਲੋਈ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਨੇ ਤੇ ਕਰ ਚੁੱਕੇ ਨੇ, ਉਹ ਰਹਿ ਚੁੱਕੇ ਨੇ। ਤੇ ਜੇ ਇਸ ਵਾਰ ਅਸੀਂ ਦੁਆ ਕਰਦੇ ਹਾਂ ਕਿ ਰੱਬ ਅੱਗੇ ਕਿ ਇਸ ਵਾਰ ਜਿਹੜਾ ਇਲੈਕਸ਼ਨ ਹੈ ਉਹਦੇ ਵਿੱਚ ਇੱਕ ਵਾਰ ਫਿਰ ਜੇ ਮੈਡਮ ਨੂੰ ਮੌਕਾ ਮਿਲਦਾ ਹੈ ਤੇ ਮੈਡਮ ਜਿੱਤ ਹਾਸਲ ਕਰਨ, ਜੇ ਉਹ ਜਿੱਤ ਹਾਸਲ ਕਰਦੇ ਹੈ ਤੇ ਬੀਇੰਗ ਏ ਪ੍ਰੈਜ਼ੀਡੈਂਟ ਆਫ ਭਾਖੜਾ ਮਜ਼ਦੂਰ ਸੰਘ ਨੰਗਲ, ਤੁਸੀਂ ਤੁਹਾਡਾ ਆਪਣੇ ਇੰਪਲੋਈ ਨੂੰ ਉਸ ਗਲਿਆਰੇ ਚੋਂ ਦੇਣ ਦਾ ਕੀ ਪ੍ਰਬੰਧਨ ਹੈ? ਵੀ ਮੇਰਾ ਸਵਾਲ ਇਹ ਹੈ ਵੀ ਜੇ ਤੁਹਾਨੂੰ ਮੌਕਾ ਮਿਲਦਾ ਹੈ ਪਰਿਵਾਰ ਦੇ ਵਿੱਚ ਤੇ ਕਰਮਚਾਰੀਆਂ ਲਈ ਤੁਹਾਡਾ ਕੀ ਵਿਜ਼ਨ ਹੈ? ਜਿਹੜੀ ਸਾਡੇ ਵਾਰਡ ਹੈਗੇ ਆ ਨੀਅਰ ਅਬਾਊਟ ਕੋਈ BBMP ਨਾਲ ਰਿਲੇਟਡ ਹੈਗੇ ਆ, ਤੇ ਉਹਦੇ 'ਚ ਮਿਊਨਿਸਪਲ ਕੌਂਸਲ ਦੇ ਇਲੈਕਸ਼ਨ ਹੁੰਦੇ ਆ, ਤੇ ਉਹਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਹੈ ਮਿਸਿਸ ਮੇਰੇ ਪਹਿਲਾਂ ਵੀ ਰਹੇ ਆ ਮਿਊਨਿਸਪਲ ਕੌਂਸਲਰ। ਚਲੋ ਇਹ ਹੁਣ ਲੜਦੇ ਤਾਂ ਉਹੀ ਹੈ ਜੀ, ਉਹਨਾਂ ਨੇ ਹੀ ਇਹ ਦੇਖਣਾ ਹੈਗਾ ਵੀ ਆਪਾਂ ਕਿਵੇਂ ਆ। ਹਾਂ, ਪਰ ਜਿੱਦਾਂ ਫੈਮਿਲੀ ਦੀ ਸਪੋਰਟ ਹੁੰਦੀ ਹੈ, ਉਹ ਫੈਮਿਲੀ ਦੇ ਵਿੱਚ ਜੋ ਵੀ ਡਿਸੀਜਨ ਹੁੰਦਾ ਉਸ ਤੋਂ ਬਾਅਦ ਸਾਡਾ ਪਰਿਵਾਰਕ ਦੇ ਬਾਅਦ ਸਾਡਾ ਜਿੱਦਾਂ ਇੰਟਰ ਦਾ ਸੰਗਠਨ ਹੈਗਾ ਉਹਦੇ ਵਿੱਚ ਬੈਠ ਕੇ ਗੱਲ ਹੁੰਦੀ ਹੈ ਆਪਾਂ ਕਿਵੇਂ ਅਗਲਾ ਕਰਨਾ ਗਾ। ਹਾਂ ਜ਼ਰੂਰ, ਅਸੀਂ ਜੇ ਕੋਈ ਸਾਨੂੰ ਫਰੂਟਫੁਲ ਨਤੀਜੇ ਕਰਮਚਾਰੀਆਂ ਲਈ ਨਿਕਲਦੇ ਹੋਣ ਕੌਂਸਲ ਦੇ ਨਾਲ ਮਿਲ ਕੇ, ਕਈ ਮਸਲੇ ਇੱਦਾਂ ਦੇ ਹੁੰਦੇ ਆ ਵਾਰਡਾਂ ਦੇ ਸਾਡੇ, ਕਿਉਂਕਿ ਇੰਪਲੋਈ ਦਾ ਹੀ ਵਾਰਡ ਹੈ, ਉੱਥੇ ਕੋਈ ਮਸਲੇ ਜਿਹੜੇ ਗਲੀਆਂ ਦੇ ਰੱਖ ਲਈਏ ਜਾਂ ਕੋਈ ਲੋਕਲ ਮਸਲੇ ਅਵੇਲੇਬਿਲਿਟੀ ਬੱਚਿਆਂ ਦੀ, ਕੋਈ ਹੋਰ ਡਾਕੂਮੈਂਟੇਸ਼ਨ ਦੀ ਜਿਹੜੀ ਹੁੰਦੀ ਆ ਉਹ ਜਿਹੜੇ ਹੈਗੇ ਆ ਉੱਥੇ ਕੌਂਸਲ ਦੇ ਥਰੂ ਹੁੰਦੇ ਆ। ਚਲੋ ਅਸੀਂ ਚਾਹੁੰਦੇ ਹਾਂ ਜੇ ਮਤਲਬ ਕਿ ਇੱਦਾਂ ਦਾ ਕੋਈ ਮੌਕਾ ਮਿਲਦਾ ਹੈ ਸਾਡੇ ਪਰਿਵਾਰ ਦੇ ਮੈਂਬਰ ਨੂੰ ਜਾਂ ਸਾਡੇ ਕੋਈ ਹੋਰ ਸੰਗਠਨ ਦੇ ਵੀ ਮੈਂਬਰ ਨੂੰ, ਉਹ ਜੋ ਵੀ ਇੱਥੇ ਜੋ
ਵੀ ਵਧੀਆ ਨਤੀਜੇ ਨਿਕਲ ਸਕਦੇ ਉਹਦੇ ਅਸੀਂ ਰਲ ਮਿਲ ਕੇ ਕਰਾਂਗੇ। ਤੇ ਉਹਦੇ ਵਿੱਚ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ, ਭਾਵੇਂ ਉਹ ਗਲੀਆਂ ਦਾ ਮਸਲਾ ਹੋਣ, ਸਾਡੀਆਂ ਬਹੁਤ ਪੁਰਾਣੀਆਂ ਗਲੀਆਂ ਸੀਗੀਆਂ ਜਿਹੜੀਆਂ ਨਹੀਂ ਬਣੀਆਂ ਸੀਗੀਆਂ, ਅਸੀਂ ਪਹਿਲਾਂ ਜਿਹੜੇ ਹੈਗੀਆਂ ਟਨਿਓਰ ਦੇ ਵਿੱਚ ਜਿਹੜੀ ਹੈਗੀ ਹੈ ਮੈਨੇਜਮੈਂਟ ਨੂੰ ਅਸੀਂ ਯੂਨੀਅਨ ਲੈਵਲ ਤੇ ਆਪਣੀ ਉਹ ਕੀਤੀ ਹੈ, ਉੱਧਰੋਂ ਕੌਂਸਲ ਵੱਲੋਂ ਆਈ ਹੈ। ਤੇ ਤੁਸੀਂ ਦੇਖਿਆ ਹੋਣਾਗਾ ਅੱਗੇ ਬਹੁਤ ਦੇਰ ਤੋਂ ਬਾਅਦ ਜਿਹੜੇ ਹੈਗੇ ਮਿਊਨਿਸਪਲ ਕੌਂਸਲ ਤੇ BBMP ਰਲ ਮਿਲ ਕੇ ਕੰਮ ਕਰ ਰਹੀ ਹੈ, ਤੇ ਜਿਹਦੇ ਨਾਲ ਮੁਲਾਜ਼ਮਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈਗਾ। ਕੋਈ ਬਜਟ ਦੀ ਪ੍ਰੋਬਲਮ ਨਹੀਂ ਹੁੰਦੀ ਹੈ, ਕੋਈ ਚੀਜ਼ਾਂ ਕੌਂਸਲ ਕਰ ਸਕਦੀ ਹੈ, BBMP ਨਹੀਂ ਕਰ ਸਕਦੀ। ਕੁਝ BBMP ਕੋਲ ਆਪਣਾ ਅਧਿਕਾਰ ਖੇਤਰ ਹੈ, ਉਹ ਪੂਰਾ ਨਹੀਂ ਕਰ ਸਕਦੇ, ਉਹ ਰਲ ਮਿਲ ਕੇ ਕੰਮ ਕਰ ਸਕਦੇ ਹਾਂ। ਅਸੀਂ ਉਹਨਾਂ ਦੀ ਪੂਰੀ ਆਪਣੀ ਰੱਖਾਂਗੇ ਤੇ ਜਿਹਦੇ ਨਾਲ ਸਾਡਾ ਤਾਂ ਮੇਨ ਪਰਪਸ ਇਹ ਹੈ ਕਿ ਮੁਲਾਜ਼ਮਾਂ ਦੇ ਵਾਰਡ ਮੁਲਾਜ਼ਮ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਤਰ੍ਹਾਂ ਅਸੀਂ ਸਹੂਲਤ ਦੇ ਸਕੀਏ, ਭਾਵੇਂ ਕੌਂਸਲ ਤੋਂ ਹੋਵੇ ਭਾਵੇਂ BBMP ਤੋਂ ਹੋਵੇ, ਉਹਦੇ ਪਰ ਅਸੀਂ ਕੰਮ ਕਰਾਂਗੇ। ਆਉਣ ਵਾਲਾ ਸਮਾਂ ਨਾਲ ਹੀ ਅਸੀਂ ਕੰਮ ਕਰ ਰਹੇ ਹਾਂ। ਇੱਕ ਸਤਨਾਮ ਸਿੰਘ ਜੀ, ਸਾਡੇ ਧਿਆਨ 'ਚ ਗੱਲ ਆਈ ਸੀ ਵੀ ਤੁਸੀਂ ਜਿਹੜੇ ਆਪਣੇ ਸਮਾਜਿਕ ਕੰਮਾਂ ਦੇ ਵਿੱਚ ਇੱਕ ਬਹੁਤ ਹੀ ਚੰਗਾ ਕੰਮ ਜਿਹੜਾ ਮੈਂ ਕਹਾਂ ਕਿ ਤੁਸੀਂ ਕੁਝ ਮੈਰਿਜਿਸ ਜਿਹੜੀ ਹੈ ਗਰੀਬ ਬੱਚਿਆਂ ਦੇ ਵਿਆਹ ਬਾਰੇ ਸਾਨੂੰ ਸਾਡੇ ਜਾਣਕਾਰੀ ਮੁਤਾਬਕ ਕਿ ਤੁਸੀਂ ਉਹ ਵੀ ਇੱਕ ਕੰਮ ਜਿਹੜਾ ਹੈ ਆਪਣੇ ਮੋਢੇ 'ਤੇ ਲਿਆ ਹੋਇਆ, ਤੇ ਉਹਦੇ ਬਾਰੇ ਕੁਝ ਜਾਣਕਾਰੀ ਦਿਓ ਵੀ ਉਹ ਮਸਲਾ ਕੀ ਹੈ ਜੀ। ਉਹਦੇ 'ਚ ਇੱਦਾਂ ਹੈ ਕਿ ਚਲੋ ਤੁਸੀਂ ਗੱਲ ਕੀਤੀ ਹੈ, ਅਸੀਂ ਜ਼ਿਆਦਾ ਉਹ ਤਾਂ ਨਹੀਂ, ਉਹਦੇ 'ਚ ਸਾਡੀ ਨਾ ਨੰਗਲ ਦੇ ਵਿੱਚ ਕਾਫੀ ਦੇਰ ਤੋਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਇੱਕ ਸੱਭਿਆਚਾਰਕ ਫੰਕਸ਼ਨ ਕਰਾ ਰਹੇ ਸੀਗੇ, ਕਪਲਾ ਬ੍ਰਦਰਸ ਦੇ ਨਾਮ ਦੀ ਸੰਸਥਾ ਹੈਗੀ ਹੈ, ਮੈਂ ਵੀ ਉਹਨਾਂ ਦਾ ਇੱਕ ਮੈਂਬਰ ਵਾਈਸ ਪ੍ਰੈਜ਼ੀਡੈਂਟ ਹਾਂ। ਤੇ ਜਿਹੜੇ ਸਾਡੇ ਪ੍ਰਧਾਨ ਸਾਹਿਬ ਹੈ ਸੁਭਾਸ਼ ਕਪਲਾ ਜੀ ਹੈ, ਨਾਲ ਉਹਨਾਂ ਦੇ ਬ੍ਰਦਰ ਇੰਦਰ ਮੋਹਨ ਕਪਲਾ ਜੀ ਹੈ, ਉਹ ਸਾਡੇ ਸੁਤੰਤਰਤਾ ਸੈਨਾਨੀ ਸੀਗੇ ਜੀ, ਪਹਿਲਾਂ ਆਜ਼ਾਦੀ ਘੁਲਾਟੀ ਹੈ ਮਾਸ਼ਾ ਲਛਮਣ ਦਾਸ ਜੀ, ਉਹਨਾਂ ਦੇ ਬੇਟੇ ਹੈ। ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਕਰਦੇ ਹੁੰਦੇ ਸੀਗੇ, ਉਸ ਪ੍ਰੋਗਰਾਮ ਨੂੰ ਅਸੀਂ 8-10 ਸਾਲ ਚਲਾਇਆ ਗਿਆ। ਸੱਭਿਆਚਾਰਕ ਪ੍ਰੋਗਰਾਮ ਸੀਗਾ, ਦੇਸ਼ ਭਗਤੀ ਦਾ ਪ੍ਰੋਗਰਾਮ ਹੁੰਦਾ ਸੀਗਾ। ਉਸ ਤੋਂ ਬਾਅਦ ਅਸੀਂ ਡਿਸਾਈਡ ਕੀਤਾ ਸੰਸਥਾ ਨੇ ਕਿ ਆਪਾਂ ਇਸ ਨੂੰ ਜਿਹੜਾ ਹੈਗਾ ਕੋਈ ਹੋਰ ਜਿਹੜਾ ਸਮਾਜਿਕ ਜਿਹੜੀਆਂ ਕੁਰੀਤੀਆਂ ਹੈਗੀਆਂ ਜਾਂ ਸਮਾਜ ਦੇ ਭਲਾਈ ਲਈ ਕੰਮ ਕਰੀਏ। ਉਸ ਵਿੱਚ ਹੀ ਅਸੀਂ ਇੱਕ ਅੱਜ ਤੋਂ ਕਾਫੀ ਸਾਲ ਪਹਿਲਾਂ 7-8 ਸਾਲ ਪਹਿਲਾਂ ਇੱਕ ਡਿਸਾਈਡ ਕੀਤਾ ਸੀਗਾ ਕਿ ਆਪਾਂ ਇਹ ਲੜਕੀਆਂ ਦੀ ਮੈਰਿਜ ਕਰਾਂਗੇ। ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸੁਭਾਸ਼ ਕਪਲਾ ਜੀ ਦਾ, ਉਹਨਾਂ ਦੀ ਫੈਮਿਲੀ ਦਾ, ਤੇ ਅਸੀਂ ਸਹਿਯੋਗ ਕਰਦੇ ਹਾਂ ਉਹਨਾਂ ਦਾ। ਉਹਦੇ 'ਚ ਅਸੀਂ ਲੜਕੀਆਂ ਜਿਹੜੀਆਂ ਜ਼ਰੂਰਤਮੰਦ ਹੁੰਦੀਆਂ ਹਨ ਉਹਨਾਂ ਦਾ ਮੈਰਿਜ ਕਰਦੇ ਹਾਂ। ਕਿਸੇ ਨੂੰ ਵੀ ਜ਼ਰੂਰਤ ਹੁੰਦੀ ਹੈ ਤਾਂ ਉਹ ਸਾਡੀ ਸੰਸਥਾ ਨਾਲ ਸੰਪਰਕ ਕਰਦਾ ਗਾ, ਤੇ ਅਸੀਂ ਉਹ ਕਾਫੀ ਦੇਰ ਤੋਂ ਕਰ ਰਹੇ ਹਾਂ। ਸਾਲ ਦੇ ਵਿੱਚ ਸਾਨੂੰ ਕਈ ਵਾਰ 7-8 ਵੀ ਹੋ ਜਾਂਦਾ, ਕਈ ਵਾਰ 1-2 ਹੁੰਦੀ ਹੈ, ਜਿੰਨੇ ਵੀ ਜ਼ਰੂਰਤ ਹੁੰਦੀ ਹੈ ਉਸ ਹਿਸਾਬ ਨਾਲ ਅਸੀਂ ਕੰਮ ਕਰ ਰਹੇ ਹਾਂ। ਕੋਈ ਵੀ ਜ਼ਰੂਰਤਮੰਦ ਜਿਹੜੀ ਲੜਕੀ ਦਾ ਵਿਆਹ ਕੋਈ ਗਰੀਬ ਪਰਿਵਾਰ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ, ਅਸੀਂ ਉਹਨਾਂ ਦੀ ਮਦਦ ਜਿਹੜੀ ਹੈਗੀ ਆ ਵਿਆਹ ਲਈ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਚੈਨਲ ਦੇ ਵਿੱਚ ਆ ਕੇ ਲੋਕਾਂ ਨਾਲ ਰੂਬਰੂ ਹੋਣ ਦਾ। ਤੇ ਆਖਿਰ ਵਿੱਚ ਸਾਡੇ ਦਰਸ਼ਕਾਂ ਲਈ ਇੱਕ ਸੁਨੇਹਾ ਤੁਸੀਂ ਜ਼ਰੂਰ ਦਿਓ ਕਿ ਤੁਸੀਂ ਸਾਡੇ ਚੈਨਲ ਦੇ ਰਾਹੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ। ਤੁਹਾਡੇ ਚੈਨਲ ਦੇ ਰਾਹੀਂ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਕਿਸੇ ਵੀ ਮਦਦ ਕਰਨੀ ਹੋਵੇ ਤਾਂ ਮਤਲਬ ਕਰ ਸਕਦੇ ਹਾਂ। ਇਹ ਨਹੀਂ ਹੈਗਾ ਜ਼ਰੂਰੀ ਅਸੀਂ ਕਿਸੇ ਸੰਸਥਾ ਨਾਲ ਜਾਂ ਕਿਸੇ ਉਹਦੇ ਨਾਲ ਕਰਕੇ ਨਹੀਂ ਕਰ ਸਕਦੇ ਹਾਂ। ਕਿਸੇ ਵੀ ਲੋੜਵੰਦ ਦੀ ਕਿਤੇ ਵੀ ਜ਼ਰੂਰਤ ਹੁੰਦੀ ਹੈ ਉਸ ਦੀ ਬਾਂਹ ਜ਼ਰੂਰ ਫੜੋ, ਜਿੰਨਾ ਵੀ ਹੋ ਸਕਦਾ। ਜ਼ਰੂਰੀ ਨਹੀਂ ਸਾਰਾ ਤੁਸੀਂ ਕਰ ਸਕਦੇ ਹੋ, ਕਿਤੇ ਵੀ ਜ਼ਰੂਰਤ ਹੁੰਦੀ ਉਸ ਬੰਦੇ ਨੂੰ ਜ਼ਰੂਰ ਨਹੀਂ ਹੈਗੀ ਤਾਂ ਆਪਣੀ ਸਲਾਹ ਹੀ ਦੇ ਦਿਓ। ਤੇ ਇਹ ਤੁਹਾਡੀਆਂ ਜਿਹੜੀਆਂ ਹੈਗੀਆਂ ਕੀਤਾ ਵਾ ਤੁਹਾਡੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜ਼ਰੂਰ ਸਹਿਯੋਗ ਦਿੰਦੀ ਹੈ। ਤੇ ਤੁਹਾਡਾ ਇੱਥੇ ਮੈਨੂੰ ਬੁਲਾਉਣ ਤੇ ਮੈਨੂੰ ਇਹ ਇੰਟਰਵਿਊ ਕਰਨ ਤੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ